स्टूडेंट्स ਜਿਹੜੇ ਆਪਣੇ ਕੋਲੇ ਸੌਕਟ ਐਂਡ ਸਪਾਈਗੋਟ ਕੁਆਟਰ ਜੁਆਇੰਟ ਆ ਚਾਹੇ ਨਕਲ ਜੁਆਇੰਟ ਆ ਜਿਹੜੇ ਇਹਦੇ ਨੂਮੈਰੀਕਲ ਨੇ ਉਹ ਟੋਟਲੀ ਬੇਸਡ ਨੇ ਜਿਹੜਾ ਇਹਦਾ ਡਿਜ਼ਾਈਨ ਪ੍ਰੋਸੀਜਰ ਕਿਵੇਂ ਉਹਦੇ ਫਾਰਮੂਲੇ ਕੈਲਕੂਲੇਟ ਕੀਤੇ ਨੇ ਸਟੈਪ ਬਾਈ ਸਟੈਪ ਉਹਨਾਂ ਨੇ ਕੀ ਕੀਤਾ। ਜਿਵੇਂ ਇਸ ਕੇਸ ਦੇ ਵਿੱਚ ਆਪਣੇ ਕੋਲੇ ਸਪਾਈਗੋਟ ਆ, ਠੀਕ ਹੈ, ਸਪਾਈਗੋਟ ਆ, ਸੌਕਟ ਆ, ਕੁਆਟਰ ਆ, ਇਹਦੇ ਅਲੱਗ-ਅਲੱਗ ਸਾਈਜ਼ ਨੇ। ਜਿਵੇਂ ਜਿਹੜਾ ਸਪਾਈਗੋਟ ਦਾ ਸ਼ਾਫਟ ਆ, ਮੇਨ ਸ਼ਾਫਟ, ਉਹਦਾ ਡਾਇਆਮੀਟਰ ਡੀ ਆ, ਇਹ ਕਿਸ ਤਰ੍ਹਾਂ ਕੈਲਕੂਲੇਟ ਕਰਨਾ, ਉਹ ਡੀ ਕੈਲਕੂਲੇਟ ਕਰੂਗਾ। ਉਸ ਤੋਂ ਬਾਅਦ ਕੀ ਆ, ਕੁਆਟਰ ਦੀ ਥਿਕਨੈਸ ਟੀ ਕੈਲਕੂਲੇਟ ਕਰ ਰਿਹਾ। ਮੀਨਿੰਗ ਕੀ ਆ ਮੇਰਾ ਕਹਿਣ ਤੋਂ ਕਿ ਆਪਣੇ ਕੋਲ ਜਿਹੜਾ ਡਿਜ਼ਾਈਨ ਪ੍ਰੋਸੀਜਰ ਆ, ਜਿਹੜੇ ਉਹਦੇ ਫਾਰਮੂਲੇ ਨੇ ਉਹ ਡਾਇਰੈਕਟਲੀ ਆਪਾਂ ਯੂਜ਼ ਕਰਕੇ ਗਿਵਨ ਵੈਲਿਊ ਦਿੱਤੀ ਹੋਈ ਆ, ਵੈਲਿਊ ਪੁੱਟ ਕਰਨੀ ਆ, ਪੁੱਟ ਕਰਕੇ ਕੈਲਕੂਲੇਸ਼ਨ ਤੋਂ ਬਾਅਦ ਕੀ ਆਨਸਰ ਕੈਲਕੂਲੇਟ ਕਰ ਲੈਣਾ। ਇਹਦੇ 'ਚ ਕੋਈ ਆਪਣੇ ਕੋਲ ਕੰਪਲੈਕਸ ਨਹੀਂ ਹੈਗਾ। ਜਿਵੇਂ ਆਪਾਂ ਸੋਚੀਏ ਵੀ ਨੂਮੈਰੀਕਲ ਔਖਾ ਨਹੀਂ ਹੈਗਾ। ਇਹਦਾ ਡਿਜ਼ਾਈਨ ਪ੍ਰੋਸੀਜਰ ਕਿਵੇਂ ਹੋਇਆ ਅਤੇ ਉਸ ਤੋਂ ਬਾਅਦ ਕੀ ਆ, ਹਰੇਕ ਦੇ ਪਰਟੀਕੂਲਰ ਫਾਰਮੂਲੇ ਲਰਨ ਕਰ ਲੈਣੇ ਆ ਅਤੇ ਉਹ ਫਾਰਮੂਲਾਜ਼ ਡਾਇਰੈਕਟਲੀ ਹੀ ਤੁਸੀਂ ਪੁੱਟ ਕਰਕੇ ਉਹਦੇ ਵਿੱਚ ਡਾਇਰੈਕਟਲੀ ਵੈਲਿਊ ਕੈਲਕੂਲੇਟ ਕਰ ਲੈਣੀ ਹੈ। ਅਤੇ ਇੱਕ ਵਾਰੀ ਪਹਿਲਾਂ ਪ੍ਰੀਵੀਅਸਲੀ ਆ ਵੀਡੀਓ ਦੇ ਵਿੱਚ ਵੀ ਦੱਸਿਆ ਗਿਆ ਸੀ ਨੂਮੈਰੀਕਲ ਕਰਨਾ ਕਿਸ ਤਰ੍ਹਾਂ, ਅਤੇ ਇੱਕ ਵਾਰੀ ਮੈਂ ਵੀ ਰਿਪੀਟ ਕਰ ਦਿੰਦਾ ਥੋੜ੍ਹਾ ਜਿਹਾ ਆਊਟਲਾਈਨ ਵੀ ਨੂਮੈਰੀਕਲ ਨੂੰ ਕਿਸ ਤਰ੍ਹਾਂ ਕਰਨਾ। ਇਹਨੂੰ ਇਹਦੇ ਵਿੱਚ ਹਾਂਜੀ ਨੂਮੈਰੀਕਲ ਦੇ ਵਿੱਚ ਆਪਾਂ ਨੂੰ ਇਹ ਡੈਫੀਨੇਸ਼ਨ ਦਿੱਤੀ ਹੈ, ਡਿਜ਼ਾਈਨ ਐਂਡ ਡਰਾ ਏ ਕੁਆਟਰ ਜੁਆਇੰਟ ਟੂ ਸਪੋਰਟ ਏ ਲੋਡ ਵੇਅਰਿੰਗ ਫਰੋਮ 30 kN ਇਨ ਕੰਪਰੈਸ਼ਨ ਟੂ 30 kN ਇਨ ਟੈਂਸ਼ਨ। ਮੀਨਿੰਗ ਕੀ ਹੈ, ਜਿਹੜੀ ਉਹ ਪੀ ਦੀ ਵੈਲਿਊ ਆਪਣੇ ਕੋਲੇ ਜਿਹੜੀ ਆ ਪੀ ਦੀ ਵੈਲਿਊ ਦਿੱਤੀ ਹੋਈ ਆ, ਇਹ ਵੇਰੀ ਕਰ ਰਹੀ ਹੈ 30 kN ਕੰਪਰੈਸ਼ਨ ਟੂ ਟੈਂਸ਼ਨ ਜਾਂ ਟੈਂਸ਼ਨ ਟੂ ਕੰਪਰੈਸ਼ਨ, ਠੀਕ ਹੈ। ਅਤੇ ਆਪਣੇ ਕੋਲੇ ਦ ਮਟੀਰੀਅਲ ਯੂਜ਼ਡ ਇਜ਼ ਕਾਰਬਨ ਸਟੀਲ, ਜੋ ਵੀ ਮਟੀਰੀਅਲ ਯੂਜ਼ ਹੋਇਆ, ਫॉर ਵਿਚ ਦ ਫੋਲੋਇੰਗ ਅਲਾਉਏਬਲ ਸਟ੍ਰੈਸਿਸ ਮੇ ਬੀ ਯੂਜ਼ਡ, ਦ ਲੋਡ ਇਜ਼ ਅਪਲਾਈਡ ਸਟੈਟਿਕਲੀ। ਮਤਲਬ ਕੀ ਆ, ਕਹਿੰਦੇ ਲੋਡ ਜਿਹੜਾ 30 kN ਦਾ ਉਹ ਕੰਟੀਨਿਊਸਲੀ ਅਪਲਾਈ ਹੋ ਰਿਹਾ ਉਹਦੇ 'ਤੇ। ਅਤੇ ਆਪਣੇ ਕੋਲ ਸਟ੍ਰੈਸਿਸ ਦੀ ਕੀ ਵੈਲਿਊ ਆ, ਟੈਂਸਾਈਲ ਸਟ੍ਰੈਸ ਅਤੇ ਕੰਪਰੈਸਿਵ ਸਟ੍ਰੈਸ, ਇਹਦੀ ਵੈਲਿਊ 50 MPa। ਹੁਣ ਮੈਗਾਪਾਸਕਲ ਆਪਾਂ ਨੂੰ ਦਿੱਤਾ ਮੈਗਾਪਾਸਕਲ, ਠੀਕ ਹੈ। ਜਿਹੜੀ ਪਾਸਕਲ ਆ, ਪਾਸਕਲ ਦਾ ਮੀਨਿੰਗ ਹੁੰਦਾ ਨਿਊਟਨ ਪਰ ਮੀਟਰ ਸਕੁਏਅਰ, ਅਤੇ ਪਾਸਕਲ ਦਾ ਮਤਲਬ ਮੈਗਾ ਦਾ ਮਤਲਬ ਹੁੰਦਾ 10 ਪਾਵਰ 6। ਜੇ ਇਹਨੂੰ ਆਪਾਂ ਡਾਇਰੈਕਟਲੀ ਲਿਖਣਾ ਚਾਹੀਏ, ਮੈਗਾ ਪਾਸਕਲ ਨੂੰ ਆਪਾਂ ਡਾਇਰੈਕਟਲੀ ਲਿਖ ਸਕਦੇ ਹਾਂ ਨਿਊਟਨ ਪਰ mm ਸਕੁਏਅਰ। ਜਦੋਂ ਇਹਦੀ ਕਨਵਰਜਨ ਕਰਦੇ ਹਾਂ ਮੈਗਾ ਪਾਸਕਲ ਦੀ, ਤਾਂ ਆਪਣੇ ਕੋਲੇ ਮੈਗਾ ਪਾਸਕਲ ਨੂੰ ਆਪਾਂ ਡਾਇਰੈਕਟਲੀ ਨਿਊਟਨ ਪਰ mm ਸਕੁਏਅਰ ਲਿਖ ਸਕਦੇ ਹਾਂ, ਠੀਕ ਹੈ। ਹੁਣ ਇਹੀ ਆ ਜਿਹੜੀ ਸ਼ੀਅਰ ਸਟ੍ਰੈਸ ਉਹਦੀ ਵੈਲਿਊ ਟਾਓ 35 MPa, ਕ੍ਰਸ਼ਿੰਗ ਸਟ੍ਰੈਸ ਦੀ 90 MPa। ਮਤਲਬ ਕਿ ਹਰੇਕ ਦੀ ਵੈਲਿਊ ਆ ਉਹ ਐਜ਼ ਇਟ ਇਜ਼ ਆਪਾਂ ਨਿਊਟਨ ਪਰ mm ਸਕੁਏਅਰ ਦੇ ਵਿੱਚ ਨੋਟ ਡਾਊਨ ਕਰ ਲੈਣੀ ਹੈ। ਹੁਣ ਇਹਦੇ ਵਿੱਚ ਜਿਹੜੀ ਕੈਲਕੂਲੇਸ਼ਨ ਕਰਨੀ ਆ, ਉਹਦੇ ਜਿਵੇਂ ਆਪਾਂ ਡਿਜ਼ਾਈਨ ਪ੍ਰੋਸੀਜਰ ਦੇ ਵਿੱਚ ਅਲੱਗ-ਅਲੱਗ ਫਾਰਮੂਲਾਜ਼ ਦੇਖੇ ਨੇ, ਉਹੀ ਫਾਰਮੂਲੇ ਡਾਇਰੈਕਟਲੀ ਉਹਦੇ ਯੂਜ਼ ਕਰਨੇ ਨੇ, ਡਾਇਰੈਕਟਲੀ ਯੂਜ਼ ਕਰਕੇ ਵੈਲਿਊ ਪੁੱਟ ਕਰਕੇ ਆਨਸਰ ਕੈਲਕੂਲੇਟ ਕਰਨਾ। ਅਤੇ ਜਿਹੜੀ ਮੇਨ ਚੀਜ਼ ਇਹ ਆ, ਜਿੱਥੇ ਆਪਣੇ ਕੋਲੇ ਵੈਲਿਊ ਪੁਆਇੰਟ ਦੇ ਵਿੱਚ ਆਊਗੀ ਉਹਨੂੰ ਰਾਊਂਡ ਆਫ ਕਰਕੇ ਲੈ ਲੈਣਾ। ਜਿਵੇਂ ਇੱਕ ਡਾਟਾ ਡਿਜ਼ਾਈਨ ਬੁੱਕ ਆਉਂਦੀ ਹੁੰਦੀ ਆ ਮਸ਼ੀਨ ਡਿਜ਼ਾਈਨ ਦੀ, ਉਹ ਤੁਹਾਡੇ ਲਈ ਐਪਲੀਕੇਬਲ ਨਹੀਂ ਹੈਗੀ, ਤਾਂ ਕਰਕੇ ਤੁਸੀਂ ਕੀ ਆ ਡਾਇਰੈਕਟਲੀ ਹੀ ਉਹ ਰਾਊਂਡ ਆਫ ਕਰਕੇ ਵੈਲਿਊ ਨੂੰ ਐਜ਼ ਏ ਆਨਸਰ ਲੈ ਲੈਣਾ। ਹੁਣ ਫਸਟਲੀ ਉਹਨੇ ਕੈਲਕੂਲੇਟ ਕੀ ਕੀਤਾ, ਡਿਜ਼ਾਈਨ ਔਰ ਡਾਇਆ ਆਫ ਰੋਡ। ਜਿਹੜੀ ਰੋਡ ਇਹ ਕਿਹੜੀ ਆ, ਡੀ। ਜਿਵੇਂ ਆਪਣੇ ਕੋਲੇ ਜੇ ਆਹ ਫਾਰਮੂਲਾ ਦੇਖੀਏ, ਫਾਰਮੂਲੇ ਦੇ ਵਿੱਚ ਆਪਣੇ ਕੋਲੇ ਪੀ ਦੀ ਵੈਲਿਊ ਗਿਵਨ ਆ 30, π/4 ਕੌਨਸਟੈਂਟ ਆ, ਠੀਕ ਹੈ। ਡੀ ਦੀ ਵੈਲਿਊ ਆਪਾਂ ਫਾਈਂਡ ਆਊਟ ਕਰਨੀ ਆ, ਅਤੇ ਸਿਗਮਾ ਟੀ ਜਿਹੜੀ ਹੈਗੀ ਆ ਇਹ ਆਪਣੇ ਕੋਲੇ ਗਿਵਨ ਆ। ਸਾਰੀਆਂ ਵੈਲਿਊਜ਼ ਗਿਵਨ ਨੇ, ਡੀ ਦੀ ਵੈਲਿਊ ਕੈਲਕੂਲੇਟ ਕਰਦੀਆਂ। ਹੁਣ ਜਿਹੜੀ ਡੀ ਆ ਆਪਣੇ ਕੋਲੇ ਉਹ ਹੈ ਕੀ ਆ, ਡਾਇਆਮੀਟਰ ਆਫ ਰੋਡ, ਠੀਕ ਹੈ। ਇੱਥੇ ਕੀ ਆ, ਹੁਣ ਆਪਾਂ ਵੈਲਿਊਜ਼ ਪੁੱਟ ਕਰਤੀਆਂ, ਵੈਲਿਊ ਕੀ ਆ ਗਈ 27.6, ਦੈਟ ਇਜ਼ ਰਾਊਂਡ ਆਫ ਕਰ ਲਿਆ 28 mm, ਡਾਇਆਮੀਟਰ ਨਿਕਲਿਆ। ਨੈਕਸਟ ਇਜ਼ ਡਾਇਆ ਆਫ ਸਪਾਈਗੋਟ। ਜਿਹੜਾ ਡਾਇਆ ਆਫ ਸਪਾਈਗੋਟ ਆ ਉਹਦਾ ਫਾਰਮੂਲਾ ਕੀ ਆਪਣੇ ਕੋਲੇ ਡਿਜ਼ਾਈਨ ਤੋਂ ਕੈਲਕੂਲੇਟ ਕੀਤਾ ਹੋਇਆ ਇਹ ਫਾਰਮੂਲਾ, ਅਤੇ ਡਾਇਰੈਕਟਲੀ ਆਪਾਂ ਯੂਜ਼ ਕਰ ਲੈਣਾ। ਪੀ ਦੀ ਵੈਲਿਊ ਗਿਵਨ ਆ, ਸਿਗਮਾ ਟੀ ਦੀ ਗਿਵਨ ਆ। ਮਤਲਬ ਮੇਰਾ ਕਹਿਣ ਤੋਂ ਇਹ ਆ ਵੀ ਇਹਦੇ 'ਚ ਕੋਈ ਕੰਪਲੈਕਸ ਨਹੀਂ ਹੈਗਾ। ਡਿਜ਼ਾਈਨ ਦੇ ਵਿੱਚ ਆਪਾਂ ਫਾਰਮੂਲੇ ਕੈਲਕੂਲੇਟ ਕਰ ਲਏ, ਉਹੀ ਫਾਰਮੂਲੇ ਲਰਨ ਕਰ ਲੈਣੇ ਆ, ਕਿਉਂਕਿ ਮੇ ਬੀ ਨਕਲ ਜੁਆਇੰਟ, ਮੇ ਬੀ ਸਪਾਈਗੋਟ ਐਂਡ ਸੌਕਟ ਜੁਆਇੰਟ ਇੱਕ ਨੂਮੈਰੀਕਲ ਲੌਂਗ ਕੁਐਸਚਨ ਦੇ ਵਿੱਚ ਤੁਹਾਨੂੰ ਐਗਜ਼ਾਮ ਦੇ ਵਿੱਚ ਫਾਈਨਲ 'ਚ ਆਊਗਾ, ਠੀਕ ਹੈ। ਅਤੇ ਆਪਣੇ ਕੋਲੇ ਹੁਣ ਕਿਹੜਾ ਸਾਈਜ਼ ਕੈਲਕੂਲੇਟ ਕਰਨਾ, D2, ਠੀਕ ਹੈ। ਆਪਣੇ ਕੋਲੇ ਟੀ ਦਾ ਫਾਰਮੂਲਾ ਹੁੰਦਾ ਥਿਕਨੈਸ ਆਫ ਕੁਆਟਰ ਦਾ D/4। ਥਿਕਨੈਸ ਆਫ ਕੁਆਟਰ ਕਿਹੜੀ, ਜਿਹੜੀ ਆਹ ਥਿਕਨੈਸ ਆ ਕੁਆਟਰ ਦੀ, ਜਿਵੇਂ ਆਹ ਕੁਆਟਰ ਆ, ਕੁਆਟਰ ਦਾ ਸਾਈਡ ਵੀ ਨੀਚੇ ਦਿੱਤਾ ਹੋਇਆ, ਉਹਦੀ ਜਿਹੜੀ ਆਹ ਥਿਕਨੈਸ ਆ ਨੀਚੇ ਟੀ ਆ ਦਿੱਤੀ ਹੋਈ ਆ, ਇਹ ਕੀ ਆ D2/4। D2 ਦੀ ਫਾਰਮ 'ਚ ਕਨਵਰਟ ਹੋ ਗਿਆ, ਠੀਕ ਹੈ।
ਕਨਵਰਟ ਹੋਣ ਤੋਂ ਬਾਅਦ ਕਿ ਆਪਾਂ ਇੱਥੇ 34 mm ਰਾਊਂਡ ਆਫ ਕਰਕੇ ਆਨਸਰ ਕੈਲਕੂਲੇਟ ਕਰ ਲਿਆ। ਟੀ ਦੀ ਵੈਲਿਊ d2/4 ਉਹ ਵੀ ਕੈਲਕੂਲੇਟ ਹੋ ਗਈ। ਨੈਕਸਟ ਹੁਣ ਕੀ ਕੀਤਾ ਇਹਨਾਂ ਨੇ, ਇੱਥੇ ਕਨਫਿਊਜ਼ਨ ਆ ਰਹੀ ਹੋਣੀ, ਦਾ ਇੰਡਿਊਸ ਕ੍ਰਸ਼ਿੰਗ ਸਟ੍ਰੈਸ, ਮਤਲਬ ਕਿ ਆਪਣੇ ਕੋਲ ਡਿਜ਼ਾਈਨ ਦੇ ਵਿੱਚ d2 ਦੀ ਵੈਲਿਊ ਕੈਲਕੂਲੇਟ ਕਰ ਲਈ, ਟੀ ਦੀ ਵੈਲਿਊ ਕੈਲਕੂਲੇਟ ਕਰ ਲਈ, ਦੈਨ ਵਾਈ ਦਿਸ, ਕਿਉਂ ਇੰਡਿਊਸ ਕ੍ਰਸ਼ਿੰਗ ਸਟ੍ਰੈਸ ਆਪਾਂ ਕਿਉਂ ਚੈੱਕ ਕੀਤੀ। ਇਹ ਜਿਹੜਾ ਫਾਰਮੂਲਾ P = d2 × T × σc, ਇਹ ਆਪਾਂ ਫਾਰਮੂਲਾ ਲਗਾਇਆ ਵੀ ਡਿਜ਼ਾਈਨ ਨੂੰ ਚੈੱਕ ਕਰਨ ਦੇ ਲਈ। ਮੰਨ ਲਓ ਆਪਾਂ ਡਿਜ਼ਾਈਨ ਦੇ ਵਿੱਚ ਆਪਾਂ d2 ਦੀ ਵੈਲਿਊ ਇੰਨੀ ਲਗਾਤੀ 34, ਠੀਕ ਹੈ, ਟੀ ਦੀ ਵੈਲਿਊ 8.5 ਲਗਾ ਲਈ। ਜਦੋਂ ਇਹ ਵੈਲਿਊ ਲਗਾ ਕੇ ਆਪਾਂ ਡਿਜ਼ਾਈਨ ਬਣਾ ਲਿਆ, ਉਹ ਇਸ ਸਟ੍ਰੈਸਿਸ ਨੂੰ ਬੀਅਰ ਕਰ ਸਕੂਗਾ, ਤਾਂ ਆਪਾਂ ਕ੍ਰੋਸ ਚੈੱਕ ਕਰਦੇ ਹਾਂ ਵੈਲਿਊ, ਠੀਕ ਹੈ। P = d2 × T × σc, ਇੱਥੇ ਕੀ ਆਪਾਂ P ਦੀ ਵੈਲਿਊ ਪੁੱਟ ਕਰਤੀ ਤੇ σc ਦੀ ਕੈਲਕੂਲੇਟ ਕਰਾਂਗੇ। d2 ਆਪਾਂ 34 ਕੈਲਕੂਲੇਟ ਕੀਤੀ ਹੈ, T 8.5, ਇੱਥੋਂ σc ਕੈਲਕੂਲੇਟ ਕੀਤੀ, ਜਿਹੜੀ σc ਦੀ ਵੈਲਿਊ ਆਈ ਆਪਣੇ ਕੋਲੇ 103 Nm² ਆ ਗਈ। ਬਟ ਜਿਹੜੀ ਉੱਥੇ ਅਪਲਾਈਡ, ਜਿੱਥੇ ਆਪਾਂ ਐਪਲੀਕੇਸ਼ਨ ਆ, ਜਿੱਥੇ ਆਪਾਂ ਜੁਆਇੰਟ ਨੂੰ ਯੂਜ਼ ਕਰਨਾ, ਉੱਥੇ ਜਿਹੜੀ ਇੰਡਿਊਸ ਹੋ ਰਹੀ ਆ ਉਹ 90 Nm² ਹੋ ਰਹੀ ਆ। ਬਟ ਜਿਹੜੀ ਆਪਣੀ ਡਿਜ਼ਾਈਨ, ਜਿਹੜਾ ਆਪਣਾ ਜੁਆਇੰਟ ਦਾ ਡਿਜ਼ਾਈਨ ਬਣਿਆ 34 mm ਵਾਲਾ, 8.5 mm ਵਾਲਾ, ਉੱਥੇ ਕੀ ਆਪਣੇ ਕੋਲ σc ਦੀ ਵੈਲਿਊ 103 ਬੀਅਰ ਕਰਨ ਦੀ ਕਪੈਸਿਟੀ ਆ, ਤਾਂ ਕਰਕੇ ਇਹ ਡਿਜ਼ਾਈਨ ਕੀ ਆਪਣਾ ਸੇਫ ਆ, ਠੀਕ ਹੈ, ਤੇ ਆਹ ਡਿਜ਼ਾਈਨ ਕੀ ਆਪਣਾ ਸਕਸੈਸਫੁਲ ਆ। ਨੈਕਸਟ ਐਜ਼ ਇਟ ਇਜ਼ ਨੈਕਸਟ ਪੁਆਇੰਟ ਆਪਾਂ ਯੂਜ਼ ਕਰੀ ਜਾਣੇ ਆ, ਉਹਦੇ ਕੋਰਸਪੋਂਡਿੰਗ ਫਾਰਮੂਲਾਸ ਜਿਵੇਂ ਡਿਜ਼ਾਈਨ ਦੇ ਵਿੱਚ ਦਿੱਤੇ ਹੋਏ ਨੇ ਉਹ ਯੂਜ਼ ਕਰਨੇ ਨੇ ਤੇ ਕੈਲਕੂਲੇਸ਼ਨ ਕਰਕੇ ਆਨਸਰ ਕੈਲਕੂਲੇਟ ਕਰ ਲੈਣਾ। ਜਿਵੇਂ ਇਸ ਤੋਂ ਬਾਅਦ ਨੈਕਸਟ ਸਟੈਪ ਇਹਨਾਂ ਨੇ ਦਿੱਤਾ ਹੋਇਆ ਆਊਟਸਾਈਡ ਡਾਇਆ ਆਫ ਸੌਕੇਟ, ਠੀਕ ਹੈ, ਇਹਦਾ ਵੀ ਆਪਣੇ ਕੋਲੇ ਫਾਰਮੂਲਾ ਡਿਜ਼ਾਈਨ ਦੇ ਵਿੱਚ ਦੇਖਿਆ ਸੀਗਾ, ਠੀਕ ਹੈ। ਇਹਦੇ ਵਿੱਚ ਕੀ ਆਪਣੇ ਕੋਲੇ d2 ਵੀ ਹੈਗਾ, t ਵੀ ਹੈਗਾ, ਪਿਛਲੇ ਸਟੈਪ 'ਚ ਕੈਲਕੂਲੇਟ ਕੀਤੀ ਹੈ। ਦਿਸ ਵਨ ਇਜ਼ ਗਿਵਨ, p ਇਜ਼ ਗਿਵਨ ਆਫਟਰ ਕੈਲਕੂਲੇਸ਼ਨ। ਜੇ ਕਿਸੇ ਨੂੰ ਕੋਈ ਕੈਲਕੂਲੇਸ਼ਨ 'ਚ ਪ੍ਰੋਬਲਮ ਆ ਰਹੀ ਆ ਉਹ ਮੈਨੂੰ ਪੁੱਛ ਸਕਦਾ, ਬਟ ਜਿਹੜੇ ਹੁਣ ਬਾਕੀ ਕਹਿ ਰਹੇ ਆ ਫਾਰਮੂਲਾਜ਼ ਉਹ ਤਾਂ ਤੁਹਾਨੂੰ ਲਰਨ ਕਰਨੇ ਹੀ ਪੈਣਗੇ, ਠੀਕ ਹੈ। ਡਿਜ਼ਾਈਨ ਦੇ ਜਿਹੜੇ ਵੀ 6-7 ਸਟੈਪ ਨੇ ਇਹ ਕੈਲਕੂਲੇਟ, ਇਹ ਤੁਹਾਨੂੰ ਲਰਨ ਕਰਨੇ ਹੀ ਪੈਣਗੇ। ਨੈਕਸਟ ਉਸ ਤੋਂ ਬਾਅਦ ਆ ਗਿਆ ਵਿਡਥ ਆਫ ਕੁਆਟਰ। ਹੁਣ ਕੁਆਟਰ ਦੀ ਵਿਡਥ ਕਿਹੜੀ ਆ ਆਪਣੇ ਕੋਲੇ, ਆਲਾ ਸਾਈਜ਼, ਠੀਕ ਹੈ, b। ਇਹ ਕਿਵੇਂ ਕੈਲਕੂਲੇਟ ਕਰਨਾ, ਇਹਦਾ ਵੀ ਡਿਜ਼ਾਈਨ ਦੇ ਵਿੱਚ ਫਾਰਮੂਲਾ ਕੀਤਾ ਹੋਇਆ, ਤੇ ਉਹੀ ਫਾਰਮੂਲੇ ਦੇ ਵਿੱਚ ਐਜ਼ ਇਟ ਇਜ਼ ਡਾਇਰੈਕਟਲੀ ਵੈਲਿਊਜ਼ ਪੁੱਟ ਕਰਕੇ ਕਿ ਆਪਣੇ ਕੋਲੇ ਆਨਸਰ ਆ ਜਾਣਾ। ਐਜ਼ ਇਟ ਸਟੈਪ ਬਾਏ ਸਟੈਪ ਮੂਵ ਔਨ ਕਰਨਾ, ਫਾਰਮੂਲਾ ਯੂਜ਼ ਕਰਕੇ ਉਹਦੇ 'ਚ ਵੈਲਿਊ ਪੁੱਟ ਕਰਨੀ ਹੈ। ਜੇ ਕੈਲਕੂਲੇਸ਼ਨ 'ਚ ਪ੍ਰੋਬਲਮ ਆਉਂਦੀ ਆ ਤਾਂ ਉਹ ਮੈਨੂੰ ਪਰਸਨਲੀ ਮੈਸੇਜ ਕਰਕੇ ਕਾਲ ਕਰਕੇ ਪੁੱਛ ਸਕਦਾ। ਬਾਕੀ ਨੂਮੈਰੀਕਲ ਸਿੰਪਲ ਆ, ਕੋਈ ਕੰਪਲੈਕਸ ਨਹੀਂ ਹੈਗਾ, ਕਿਉਂਕਿ ਇਹ ਲੈਂਥੀ ਨੂਮੈਰੀਕਲ ਆ। 10 to 15 ਮਾਰਕਸ ਦੇ ਵਿੱਚ ਤੁਹਾਡੇ ਫਾਈਨਲ ਦੇ ਵਿੱਚ ਆਊਗਾ, ਇਸ ਲਈ ਕੀ ਆ ਪ੍ਰੈਕਟਿਸ ਕਰਨ ਦੀ ਲੋੜ ਹੈ। ਐਜ਼ ਇਟ ਇਜ਼ ਤੁਹਾਨੂੰ ਆ ਕੁਆਟਰ ਜੁਆਇੰਟ ਜਾਂ ਨਕਲ ਜੁਆਇੰਟ ਦੋਨਾਂ ਦੇ ਵਿੱਚੋਂ ਇੱਕ ਨੂਮੈਰੀਕਲ ਡੈਫੀਨੇਟਲੀ ਫਾਈਨਲ ਦੇ ਵਿੱਚ ਆਊਗਾ।